ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਵਰਿੰਦਰ ਭਿੰਡਰ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ। ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕਿਸਾਨੀ ਅੰਦੋਲਨ ਬਾਰੇ। ਸੁਪਰੀਮ ਕੋਰਟ ਦੀਆਂ ਨਵੀਆਂ ਹਦਾਇਤਾਂ ਕੀ ਨੇ, ਨਵੇਂ ਨੋਟਿਸ ਕੀ ਆਏ ਨੇ। ਰਾਮ ਸਿੰਘ ਦੀ ਜਿਹੜੀ ਬਾਬਾ ਜੀ ਰਾਮ ਸਿੰਘ ਸੀਗੇ, ਉਹਨਾਂ ਦੀ ਕੱਲ ਉੱਥੇ ਸ਼ਹੀਦੀ ਦੀ ਗੱਲ ਹੋਈ ਆ, ਉਹਦੇ ਬਾਰੇ ਡਿਸਕਸ ਕਰਾਂਗੇ। ਅਸੀਂ ਉੱਥੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਜਿਹੜੇ ਦਾਨੀ ਸੱਜਣ ਉੱਥੇ ਪਹੁੰਚੇ ਨੇ ਹੁੰਬ ਹਮਾ ਕੇ। ਤੇ ਅੱਜ ਮੇਰੇ ਨਾਲ ਨੇ ਸਟੂਡੀਓ ਵਿੱਚ ਸਰਦਾਰ MP ਸਿੰਘ ਜੀ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ ਵੈਰੀ ਮਚ ਪਿੰਡਰ ਸਾਹਿਬ। MP ਸਿੰਘ ਜੀ, ਆਪਾਂ ਦੇਖਦੇ ਹਾਂ ਕਿ ਆਪਣੇ ਹੋਮ ਕੰਟਰੀ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਆ ਬਹੁਤ ਸਿਖਰਾਂ ਤੇ ਆ। ਅੱਜ ਨਵੀਆਂ 2-3 ਅਪਡੇਸ਼ਨ ਸੀਗੀਆਂ, ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਸੀ। ਅਸੀਂ ਤੁਹਾਡੇ ਤੋਂ ਉਹਨਾਂ ਬਾਰੇ ਅਪਡੇਸ਼ਨ ਲੈਣੀ ਬਹੁਤ ਜ਼ਰੂਰੀ ਸਮਝਦੇ ਸੀ, ਕਿਉਂਕਿ ਅੱਜ ਜਿਹੜੀ ਪਿਛਲੀ ਆਪਣੀ ਜਿਹੜਾ ਨੰਗੀ ਰਾਤ ਆ, ਉੱਥੇ ਦਿਨ ਸੀਗਾ, ਤਾਂ ਉੱਥੇ ਬਹੁਤ ਅਜੀਬੋ ਗਰੀਬ 1-2 ਘਟਨਾਵਾਂ ਹੋਈਆਂ। ਆਪਾਂ ਉਹਨਾਂ ਬਾਰੇ ਅੱਜ ਤੁਹਾਡੇ ਤੋਂ ਕੁਝ ਕੁਐਸਚਨਾਂ ਦੇ ਆਨਸਰ ਲੈਣੇ ਚਾਹੁੰਦੇ ਸੀਗੇ। ਇੱਕ ਸੁਪਰੀਮ ਕੋਰਟ ਦੀ ਇੱਕ ਨਵੀਂ ਨੋਟਿਸ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਹੈਗਾ ਕਿ ਜਿਹੜਾ ਇਹ ਧਰਨੇ ਬਾਰੇ ਆ, ਧਰਨੇ ਨੂੰ ਚੱਕਿਆ ਜਾਵੇ ਜਾਂ ਇਹਨਾਂ ਦੀ ਕਮੇਟੀ ਬਣਾਈ ਜਾਵੇ। ਇਹ ਕੌਣ ਨੇ ਜੀ ਇਹ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪਾਉਣ ਵਾਲੇ ਆ? ਇਹ ਸਰਕਾਰ ਆ, ਕੋਈ ਥਰਡ ਪਰਸਨ ਆ, ਕੋਈ ਜਾਂ ਕਿਸਾਨੀ ਜਿਹੜਾ ਭਾਈਚਾਰਾ ਹੈ? ਮੈਂ ਕੁਝ ਦਿਨ ਪਹਿਲਾਂ ਪਿੰਡਰ ਸਾਹਿਬ ਇੱਕ ਖਦਸ਼ਾ ਜ਼ਾਹਰ ਕੀਤਾ ਸੀਗਾ ਜੀ ਕਿ ਸਰਕਾਰ ਇਸ ਵੇਲੇ ਪੂਰੀ ਹੱਥਲ ਹੋ ਚੁੱਕੀ। ਹਾਂਜੀ, ਹੱਥਲ ਦਾ ਮਤਲਬ ਉਹਦੇ ਹੁਣ ਹੱਥ ਵੱਸ 'ਚ ਕੁਝ ਨਹੀਂ ਰਹਿ ਗਿਆ ਜੀ। ਤੇ ਉਹ ਕੋਈ ਨਾ ਕੋਈ ਇਹੋ ਜਿਹੀ ਜ਼ਰੂਰ ਸ਼ਰਾਰਤ ਕਰੂਗੀ ਜਿਹਦੇ ਵਿੱਚ ਉਹਦੀ ਕੋਸ਼ਿਸ਼ ਹੋਊਗੀ ਕਿ ਹੁਣ ਮਾਮਲਾ ਕੋਰਟ ਵਿੱਚ ਸੁੱਟਤਾ ਜਾਵੇ। ਜੀ ਠੀਕ ਹੈ ਜੀ। ਉਹ ਕੋਰਟ ਵਿੱਚ ਸੁੱਟਣ ਵਾਲੀ ਗੱਲ ਇਹ ਹੋਈ ਕਿ 3 ਵੱਖਰੇ ਬੰਦਿਆਂ ਨੇ ਜਿਹੜੀਆਂ ਪਟੀਸ਼ਨਾਂ ਪਾ ਦਿੱਤੀਆਂ ਸੁਪਰੀਮ ਕੋਰਟ ਦੇ ਵਿੱਚ। ਉਹਨਾਂ ਦੇ ਬਾਰੇ ਸੁਣਵਾਈ ਜਿਹੜੀ ਸੀ ਉਹ ਲੰਘੀ ਰਾਤ, ਜਦੋਂ ਉੱਥੇ ਇੰਡੀਆ ਵਿੱਚ ਦਿਨ ਸੀਗਾ ਤੇ ਹਾਂਜੀ, ਤੇ ਉਹਦੇ ਤੇ ਹੁਣ ਕੱਲ ਨੂੰ ਫਿਰ ਜਦੋਂ ਅਸੀਂ ਗੱਲ ਹੁਣ ਕਰ ਰਹੇ ਹਾਂ ਇੱਥੇ ਬੈਠੇ ਕੈਨੇਡਾ ਦੇ ਵਿੱਚ, ਇਸ ਵਜੇ ਕਿ ਸਾਡੇ ਸਟੂਡੀਓ 'ਚ 6:39 ਮਿੰਟ ਹੋਏ ਆ, ਔਰ ਉਧਰ ਦਿਨ ਚੜ੍ਹਨ ਵਾਲਾ, ਇੰਡੀਆ 'ਚ ਦਿਨ ਚੜ੍ਹਨ ਵਾਲਾ। ਉਹ 4-5 ਘੰਟੇ ਬਾਅਦ ਦੁਬਾਰਾ ਸੁਣਵਾਈ ਉਸ ਗੱਲ ਤੇ ਹੋਣੀ ਹੈ। ਇੱਕ ਤਾਂ ਗੱਲ ਸੁਪਰੀਮ ਕੋਰਟ ਦੇ ਜਿਹੜਾ ਡਿਵੀਜ਼ਨਲ ਬੈਂਚ ਆ, ਉਹਨੇ ਇਹ ਕਹੀ ਹੈ ਕਿ ਭਾਰਤ ਸਰਕਾਰ ਨੂੰ ਪੁੱਛਿਆ ਕਿ ਭਾਈ ਤੁਸੀਂ ਸੜਕਾਂ ਕਿਉਂ ਰੋਕੀਆਂ? ਸੜਕਾਂ ਤੁਸੀਂ ਚਾਰੇ ਪਾਸੇ ਜਿੰਨੀਆਂ ਵੀ ਦਿੱਲੀ ਨੂੰ ਰਾਹ ਆਉਂਦੇ ਆ, ਉਹ ਰੋਕੇ ਕਿਉਂ ਹੋਏ? ਭਾਰਤ ਸਰਕਾਰ ਦੇ ਸੋਲੀਸਿਟਰ ਨੇ ਕਿਹਾ ਜੀ ਅਸੀਂ ਰੋਕੇ ਨਹੀਂ, ਇਹ ਤਾਂ ਕਿਸਾਨਾਂ ਨੇ ਰੋਕੇ। ਸੁਪਰੀਮ ਕੋਰਟ ਨੇ ਕਿਹਾ ਨਹੀਂ ਜੀ, ਕਿਸਾਨਾਂ ਨੇ ਕਦੋਂ ਰੋਕੇ? ਕਿਸਾਨ ਤਾਂ ਦਿੱਲੀ ਨੂੰ ਆਉਣਾ ਚਾਹੁੰਦੇ। ਇਹ ਤੁਸੀਂ ਕੀ ਚਾਹੁੰਦੇ ਵੀ ਇਹ ਜਿਹੜਾ ਸੁਣਵਾਈ ਹੋਈ ਆ ਕੱਲ, ਇਹ ਕਿਸਾਨਾਂ ਦੇ ਪੱਖ ਦੀ ਹੋਈ ਹੈ ਕਿ ਸਰਕਾਰ ਦੇ ਪੱਖ 'ਚ ਜਾ ਰਹੀ ਹੈ? ਮੈਂ ਥੋੜਾ ਜਿਹਾ ਐਲੈਬੋਰੇਟ ਕਰਦਾ, ਫਿਰ ਤੁਹਾਨੂੰ ਇਹ ਵੀ ਦੱਸੂਗਾ ਕਿ ਇਹਦਾ ਕੀ ਫਾਇਦਾ ਹੋਇਆ ਜਾਂ ਕੀ ਨੁਕਸਾਨ ਹੋਇਆ। ਪਹਿਲੀ ਗੱਲ ਤਾਂ ਮੈਂ ਦੱਸ ਰਿਹਾ ਸੀਗਾ ਕਿ ਸੋਲੀਸਿਟਰ ਨੇ ਇਹ ਕਿਹਾ ਕਿ ਇਹ ਕਿਸਾਨਾਂ ਨੇ ਰਸਤੇ ਰੋਕੇ ਆ। ਜਦੋਂ ਕੋਰਟ ਨੇ ਇਹ ਗੱਲ ਕਹੀ ਆ ਕਿ ਉੱਥੇ ਬੈਰੀਕੇਡ ਤਾਂ ਤੁਸੀਂ ਲਾਏ, ਵੱਡੇ ਪੱਥਰ ਤਾਂ ਤੁਸੀਂ ਰੱਖੇ, ਕਰੇਨਾਂ ਤੁਸੀਂ ਖੜੀਆਂ ਕੀਤੀਆਂ ਹੋਈਆਂ, ਔਰ ਉਹਨਾਂ ਦੇ ਉੱਤੇ ਪਾਣੀ ਦੀਆਂ ਵਾਸ਼ਰਾਂ ਕਰਨ ਵਾਸਤੇ ਜਿਹੜੀਆਂ ਵਾਟਰ ਕੈਨਸ ਤੁਸੀਂ ਲਾਈਆਂ ਹੋਈਆਂ, ਔਰ ਇਸ ਤਰੀਕੇ ਦਾ ਪ੍ਰਬੰਧ ਤਾਂ ਤੁਸੀਂ ਕੀਤਾ ਹੋਇਆ। ਕਿਸਾਨ ਤਾਂ ਦਿੱਲੀ ਦੇ ਵਿੱਚ ਅੰਦਰ ਐਂਟਰ ਕਰਨਾ ਚਾਹੁੰਦੇ ਆ, ਤੇ ਤੁਸੀਂ ਕਹਿੰਦੇ ਆ ਕਿ ਕਿਸਾਨਾਂ ਨੇ ਰਸਤਾ ਰੋਕਿਆ। ਇਹ ਗੱਲ ਤੇਰਾ ਜਵਾਬ ਦੇਵੋ। ਹੁਣ ਇਸ ਗੱਲ ਵਿੱਚ ਉਹਨਾਂ ਇਕੱਲੇ ਸੈਂਟਰ ਗਵਰਨਮੈਂਟ ਕੋਲੋਂ ਜਵਾਬ ਨਹੀਂ ਮੰਗਿਆ, ਨਾਲ ਦੀ ਨਾਲ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਵੀ ਕਿਹਾ ਵਾ ਕਿ ਕਿਸਾਨ ਜਿਹੜੇ ਇੰਨੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ, ਅੰਦੋਲਨ ਕਰ ਰਹੇ ਆ, ਉਹਨਾਂ ਦੀਆਂ ਕੁਝ ਮੰਗਾਂ ਦਾ ਜ਼ਿਕਰ ਨਹੀਂ ਕੀਤਾ। ਉਹਨਾਂ ਦੀਆਂ ਕੁਝ ਮੰਗਾਂ ਤੁਸੀਂ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ? ਹੁਣ ਤੱਕ ਤੁਸੀਂ ਕੀ ਕੀਤਾ ਦੱਸੋ। ਠੀਕ ਹੈ ਜੀ। ਉਹ ਨੋਟਿਸ ਦਿੱਤਾ ਔਰ 1 ਦਿਨ ਦਾ ਟਾਈਮ ਦਿੱਤਾ। ਅੱਜ ਯਾਨੀ ਜਦੋਂ ਉੱਥੇ ਦਿਨ ਚੜ ਗਿਆ, ਅੱਜ ਫੇਰ ਵੀਰਵਾਰ ਦਾ ਦਿਨ ਚੜ ਗਿਆ ਹੈਗਾ, ਔਰ ਅੱਜ ਫੇਰ ਸੁਣਵਾਈ ਉੱਥੇ ਅੱਗੋਂ ਹੋਣੀ ਹੈ। ਦੂਜੀ ਜਿਹੜੀ ਗੱਲ ਸੀਗੀ ਉਹ ਇਹ ਹੈ ਕਿ ਜਿਹੜੇ ਅੰਦੋਲਨਕਾਰੀ ਹੈਗੇ ਆ, ਉਹਨਾਂ ਬਾਰੇ ਵੀ ਗੱਲ ਕਹੀ ਆ ਕਿ ਇੱਕ ਕਮੇਟੀ ਬਣਾਤੀ ਜਾਵੇ। ਸੁਜੈਸ਼ਨ ਦਿੱਤੀ ਆ ਸੁਪਰੀਮ ਕੋਰਟ ਨੇ, ਕਮੇਟੀ ਬਣਾਤੀ ਜਾਵੇ ਜਿਹਦੇ ਵਿੱਚ ਕਿਸਾਨ ਜਿਹੜੇ ਹੈਗੇ ਉਹ ਵੀ ਸ਼ਾਮਲ ਹੋਣ, ਸਰਕਾਰੀ ਧਿਰ ਵੀ ਸ਼ਾਮਲ ਹੋਵੇ, ਔਰ ਕੁਝ ਹੋਰ ਲੋਕਾਂ ਸਿਆਣਿਆਂ ਨੂੰ ਵਿੱਚ ਪਾ ਲਿਆ ਜਾਵੇ ਜਿਹੜੇ ਇਸ ਗੱਲ ਤੇ, ਇਸ ਮੁੱਦੇ ਤੇ ਵਿਚਾਰ ਕਰਨ। ਹੁਣ ਤੁਸੀਂ ਕੁਐਸਚਨ ਨਾਲ ਹੀ ਕਰਤਾ ਕਿ ਇਹਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ, ਚੰਗਾ ਹੋਇਆ ਕਿ ਮਾੜਾ ਹੋਇਆ? ਚੰਗਾ ਤੇ ਇਹ ਹੋਇਆ ਕਿ ਸਰਕਾਰ ਦੀ ਝਾੜ ਚੰਬ ਹੋਈ। ਸੁਪਰੀਮ ਕੋਰਟ ਨੇ ਪੂਰਾ ਚੰਗੀ ਤਰ੍ਹਾਂ ਝਾੜਿਆ ਕਿ ਤੁਸੀਂ ਗਲਤ ਰਿਪੋਰਟ ਕਰ ਰਹੇ ਹੋ, ਕੋਰਟ ਵਿੱਚ ਆ ਕੇ ਵੀ ਝੂਠ ਬੋਲਦੇ ਹੋ। ਇਸ ਗੱਲ ਤੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ, ਪਰ ਬੇਸ਼ਰਮ ਲੋਕ ਆ, ਬੇਸ਼ਰਮ ਸਰਕਾਰ ਆ, ਉਹਨੂੰ ਸ਼ਰਮ ਹੈ ਨਹੀਂ ਕੋਈ। ਦੂਜੀ ਗੱਲ, 1 ਦਿਨ ਵਿੱਚ
ਪੰਜਾਬ ਸਰਕਾਰ ਨੇ ਕੀ ਜਵਾਬ ਦੇਣਾ, ਹਰਿਆਣਾ ਸਰਕਾਰ ਨੇ ਕੀ ਜਵਾਬ ਦੇਣਾ, ਸੈਂਟਰ ਗਵਰਨਮੈਂਟ ਨੇ ਕੀ ਜਵਾਬ ਦੇਣਾ, ਇਹ ਇੱਕ ਬਹੁਤ ਵੱਡਾ ਕੁਐਸਚਨ। ਹਾਂਜੀ ਹੋ ਸਕਦਾ ਪੰਜਾਬ ਸਰਕਾਰ ਇਹ ਕਵੇ ਕਿ ਅਸੀਂ ਤਾਂ ਜੀ ਕੋਸ਼ਿਸ਼ ਕੀਤੀ, ਅਸੀਂ ਤਾਂ ਪੰਜਾਬ ਦੇ ਵਿੱਚ ਅਸੈਂਬਲੀ ਦੇ ਵਿੱਚ ਇਹ ਗੱਲ ਰੱਖੀ ਕਿ ਇਹ ਜਿਹੜੇ ਕਿਸਾਨੀ ਮੁੱਦਿਆਂ ਦੇ ਐਗਰੀਕਲਚਰ ਰਿਫਾਰਮ ਦੀ ਗੱਲ ਕੀਤੀ ਜਾ ਰਹੀ ਹੈ, ਇਹ ਤਾਂ ਇੱਕ ਸਟੇਟ ਦਾ ਮੁੱਦਾ ਤੇ ਸੈਂਟਰ ਇਹਦੇ ਬਾਰੇ ਕਾਨੂੰਨ ਕਿਉਂ ਪਾਸ ਕਰਦੇ? ਅਸੀਂ ਉਹ ਕਾਨੂੰਨ ਪਾਸ ਕੀਤੇ ਸੀਗੇ ਤੇ ਰਾਜਪਾਲ ਨੇ ਅੱਗੇ ਨਹੀਂ ਤੋਰੇ। ਹਾਂਜੀ ਹੋ ਸਕਦਾ ਪੰਜਾਬ ਦਾ ਸੋਲੀਸਿਟਰ ਇਹ ਕਵੇ। ਹਰਿਆਣਾ ਦਾ ਸੋਲੀਸਿਟਰ ਕੀ ਕਹੇਗਾ ਜੀ ਕਿ ਅਸੀਂ ਤਾਂ ਬੈਰੀਕੇਡ ਲਾਤੇ ਸੀਗੇ, ਅਸੀਂ ਤਾਂ ਉਹਨਾਂ ਦੇ ਪਾਣੀ ਦੀਆਂ ਵਾਛੜਾਂ ਵੀ ਕੀਤੀਆਂ, ਅਸੀਂ ਹੰਝੂ ਗੈਸ ਦੇ ਗੋਲੇ ਵੀ ਛੱਡੇ, ਅਸੀਂ ਉੱਥੇ ਫੋਰਸ ਇੰਨੀ ਲਾਤੀ ਸੀਗੀ ਕਿ ਉਹ ਕਿਸਾਨਾਂ ਦੇ ਡੰਡੇ ਵੀ ਭਰਾਉਂਦੀ ਸੀ। ਇਹ ਉਹਨਾਂ ਵਾਸਤੇ ਮੁਸ਼ਕਲ ਖੜੀ ਹੋ ਜਾਊਗੀ। ਹੁਣ ਸੈਂਟਰ ਗਵਰਨਮੈਂਟ ਦੀ ਵੀ ਇਹ ਗੱਲ, ਸੈਂਟਰ ਗਵਰਨਮੈਂਟ ਕਿਹੜੇ ਮੂੰਹ ਨਾਲ ਕਹੂਗੀ ਕਿ ਅਸੀਂ ਕਿਸਾਨਾਂ ਦੇ ਪੱਖ ਦੀ ਗੱਲ ਕਰਦੇ? ਨਾ ਤਾਂ ਉਹਨਾਂ ਦੇ ਅਧਿਕਾਰ ਖੇਤਰ ਚ ਆਉਂਦੇ ਸੀਗੇ, ਔਰ ਉਲਟਾ ਉਹਨਾਂ ਨੇ ਵੱਖਰੀਆਂ ਮੀਟਿੰਗਾਂ ਬੁਲਾ ਕੇ ਕੋਈ ਹੱਲ ਕੱਢਣ ਦੀ ਗੱਲ ਨਹੀਂ ਕੀਤੀ, ਸਗੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਗੱਲ ਕੀਤੀ। ਅੱਜ ਇੱਕ ਰੋਲਦੂ ਸਿੰਘ ਦਾ ਬਿਆਨ ਵੀ ਚੱਲੀ ਜਾਂਦਾ ਸੀਗਾ ਕਿ ਉਹ ਕਹਿੰਦੇ ਵੀ ਜਿਹੜੀ ਇਹ ਸੁਪਰੀਮ ਕੋਰਟ ਨੂੰ ਆ, ਇਹ ਫੈਸਲਾ ਬਹੁਤ ਸੋਚ ਵਿਚਾਰ ਕੇ ਲੈਣਾ ਚਾਹੀਦਾ, ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋ ਸਕਦਾ। ਜੇ ਸਾਡੇ ਉਲਟ ਜਿਹੜਾ ਇਹਦਾ ਬਿਆਨ ਦਾ ਕੋਈ ਆ ਗਿਆ, ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਤੇ ਅਸੀਂ ਹੋ ਸਕਦਾ ਵੀ ਅਸੀਂ ਆਪਦੀਆਂ ਹਲੇ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਬਿਆਨ ਨਹੀਂ, ਅਸੀਂ ਆਪਦੀਆਂ ਕਮੇਟੀਆਂ ਦੇ ਵਿੱਚ ਅਸੀਂ ਇਹ ਫੈਸਲਾ ਵੀ ਹੋ ਸਕਦਾ ਵੀ ਅਸੀਂ ਇਹ ਜਿਹੜਾ ਦੇਖੋ ਜੀ ਇਹ ਫੈਸਲੇ ਤੋਂ ਮੁਨਕਰ ਵੀ ਹੋ ਜਾਏ। ਇਹ ਗੱਲ ਤੁਹਾਡੀ ਠੀਕ ਹੈ ਕਿ ਜੇ ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ, ਉਹਨੇ ਕੁਝ ਯੂਨੀਅਨਾਂ ਨੂੰ ਵੀ ਕਿਹਾ ਕਿ ਇਹਨਾਂ ਨੂੰ ਪਾਰਟੀ ਬਣਾਇਆ ਜਾਵੇ ਜਾਂ ਇਹਨਾਂ ਨੂੰ ਪਾਰਟੀ ਬਣਾਇਆ ਜਾ ਸਕਦਾ, ਧਿਰ ਬਣਾਇਆ ਜਾ ਸਕਦਾ, ਠੀਕ ਹੈ ਜੀ। ਉਹਦੇ ਚ ਕੁਝ ਯੂਨੀਅਨਾਂ ਨੂੰ ਦੇ ਨਾਂ ਲਏ ਗਏ। ਮੈਂ ਸਮਝਦਾ ਵੀ ਇਹਦੇ ਵੀ ਕਿਸਾਨ ਅੰਦੋਲਨ ਨੂੰ ਪੜਨ ਦੀ ਨੀਤੀ ਹੈ, ਠੀਕ ਹੈ ਜੀ। ਜੇ ਸੁਪਰੀਮ ਕੋਰਟ ਸੱਚੀ ਮੁੱਚੀ ਕਿਸਾਨ ਹਿਤੈਸ਼ੀ ਹੈ ਜਾਂ ਇਨਸਾਫ ਦੇ ਹਿਤੈਸ਼ੀ ਆ, ਤੇ ਉਹਨੂੰ ਜਿਹੜੀਆਂ ਕਿਸਾਨਾਂ ਤੇ ਗੱਲ ਛੱਡ ਦੇਣੀ ਚਾਹੀਦੀ ਸੀ ਕਿ ਤੁਸੀਂ ਦੱਸੋ ਕਿਹਨੇ ਆਉਣਾ, ਤੁਸੀਂ ਆਪਸ ਵਿੱਚ ਫੈਸਲਾ ਕਰੋ ਕਿ ਤੁਸੀਂ ਇੱਕ ਬੰਦੇ ਨੇ ਆਉਣਾ ਕਿ 10 ਨੇ ਆਉਣਾ ਕਿ 20 ਨੇ ਆਉਣਾ, ਠੀਕ ਹੈ ਜੀ। ਇਹ ਮਤਲਬ ਕਿਸਾਨਾਂ ਨੂੰ ਪਿੰਨ ਪੁਆਇੰਟ ਕਰਕੇ ਇਹਦਾ ਮਤਲਬ ਬਾਕੀਆਂ ਨੂੰ ਛੱਡਤਾ, ਜਦੋਂ ਕਿ ਕਿਸਾਨਾਂ ਦਾ ਪੂਰਾ ਜ਼ੋਰ ਲੱਗਾ ਕਿ ਅਸੀਂ ਇਕਜੁੱਟ ਹਾਂ, ਠੀਕ ਹੈ ਜੀ। ਇਹ ਜਿਹੜੀ ਚਾਲ ਹੈਗੀ ਆ, ਇਹ ਜ਼ਰੂਰ ਸਰਕਾਰ ਦਾ ਪੱਖ ਪੂਰਦੀ ਆ, ਇਹ ਸਰਕਾਰ ਦਾ ਭਲਾ ਕਰਦੀ ਹੈ, ਲੋਕਾਂ ਦਾ ਭਲਾ ਨਹੀਂ ਕਰਦੀ। ਇੱਥੇ ਭਾਜੀ ਇੱਕ ਗੱਲ ਸੁਭਾਵਿਕ ਹੀ ਮਨ ਚ ਆਉਣੀ ਬਹੁਤ ਲਾਜ਼ਮੀ ਆ ਕਿ ਸਰਕਾਰਾਂ ਦਾ ਪਿਛਲਾ ਰਿਕਾਰਡ ਰਿਹਾ ਵਾ ਕਿ ਜਿਹੜੀਆਂ ਸੁਪਰੀਮ ਕੋਰਟ ਆ, ਚਾਹੇ ਹਾਈ ਕੋਰਟ ਆ, ਚਾਹੇ ਜੁਡੀਸ਼ਰੀ ਜਿਹੜੀ ਮਰਜ਼ੀ ਆ, ਕਿ ਉਹ ਸਰਕਾਰਾਂ ਦੇ ਪੱਖ 'ਚ ਭੁਗਤਦੀਆਂ ਹਮੇਸ਼ਾ। ਬਿਲਕੁਲ। ਤੇ ਹੁਣ ਜਿਹੜਾ ਦੂਸਰੇ ਪੱਖ ਦੀ ਗੱਲ ਕਰੀਏ, ਤੇ ਕਿਵੇਂ ਯਕੀਨ ਆਪਾਂ ਕਰ ਸਕਦੇ ਆ ਉਹਨਾਂ ਦੇ ਕੋਰਟ ਤੇ ਵੀ ਇਹ ਪੱਖ 'ਚ ਹੀ ਆਊਗੀ? ਕਿਉਂਕਿ ਤੁਹਾਨੂੰ ਵੀ ਪਤਾ ਕਿ ਜਿਹੜਾ ਜੱਜ ਹੁੰਦੇ ਆ, ਉਹ ਰਿਟਾਇਰਮੈਂਟ ਤੋਂ ਬਾਅਦ ਜਾ ਕੇ ਉਹਨੂੰ ਰਾਜ ਸਭਾ ਦੀ ਸੀਟ ਮਿਲ ਜਾਂਦੀ ਆ, ਉੱਥੇ ਜਾ ਕੇ ਉੱਥੇ ਬਹਿ ਜਾਂਦੇ ਆ, ਰਾਜ ਸਭਾ 'ਚ ਬਹਿ ਜਾਂਦੇ ਆ। ਹਿਸਟਰੀ 'ਚ ਪਹਿਲੀ ਵਾਰੀ ਹੋਇਆ ਸੀਗਾ ਜਦੋਂ ਸੁਪਰੀਮ ਕੋਰਟ ਦੇ 3 ਜੱਜਾਂ ਨੇ ਓਪਨਲੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਸਾਡੇ ਤੇ ਪ੍ਰੈਸ਼ਰ ਆ, ਔਰ ਜਿਹੜਾ ਸੁਪਰੀਮ ਕੋਰਟ ਦਾ ਸੁਪਰੀਮ ਜੱਜ ਆ, ਉਹ ਸਾਨੂੰ ਜਿਹੜਾ ਠੀਕ ਫੈਸਲੇ ਜਿਹੜਾ ਉਹ ਨਹੀਂ ਕਰਨ ਦਿੰਦਾ। ਤੇ ਇਹੋ ਜਿਹੇ ਜਿਹੜੇ ਆਪਾਂ ਸਮੇਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਦੇ ਵਿੱਚ ਆਪਾਂ ਕਿਵੇਂ ਯਕੀਨ ਕਰਾ ਸਕਦੇ, ਕਿਸਾਨ ਆ ਜਿਹੜੇ ਉਹ ਕਿਵੇਂ ਯਕੀਨ ਕਰ ਸਕਦੇ ਆ ਵੀ ਸਾਡੇ ਪੱਖ 'ਚ ਫੈਸਲਾ ਆਊਗਾ? ਇਹ ਗੱਲ ਜਾਇਜ਼ ਹੈ ਤੁਹਾਡੀ ਕਿ ਟਰਸਟ ਕਰਨਾ ਇਸ ਵੇਲੇ ਬਹੁਤ ਔਖਾ ਹੈ। ਇਹਦੇ ਬਾਵਜੂਦ ਵੀ ਕਿਸਾਨਾਂ ਨੂੰ ਇਕਜੁੱਟਤਾ ਦੀ ਬਣਾਈ ਰੱਖਣੀ ਪਊਗੀ, ਕਿਸਾਨਾਂ ਨੂੰ ਆਪਦਾ ਸੰਘਰਸ਼ ਜਿਹੜਾ ਹੋਰ ਤਿੱਖਾ ਕਰਨਾ ਪਊਗਾ, ਕਿਸਾਨਾਂ ਨੂੰ ਇੱਕ ਮੁੱਠ ਹੋ ਕੇ ਆਪਣੀ ਤਾਕਤ ਹੋਰ ਵੱਡੀ ਕਰਨੀ ਪਊਗੀ, ਤਾਂ ਕਿ ਫਿਰ ਸੁਪਰੀਮ ਕੋਰਟ ਦਾ ਕੀ ਜੀ, ਕੋਈ ਵੀ ਝੁਕ ਜਾਊਗਾ। ਬਿਲਕੁਲ ਜੀ। ਇੱਥੇ ਹੁਣ ਇੱਕ ਹੋਰ ਮਸਲਾ ਜੀ, ਕਿਉਂਕਿ ਮੌਤਾਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਰੁਕ ਨਹੀਂ ਰਿਹਾ। ਤੁਸੀਂ ਦੇਖਦੇ ਆ ਕੱਲ ਇੱਕ ਬਾਬਾ ਜੀ ਸੰਘੇੜੇ ਵਾਲੇ ਬਾਬਾ ਰਾਮ ਸਿੰਘ ਜੀ ਨੇ ਖੁਦਕੁਸ਼ੀ ਕਰ ਲਈ, ਤਾਂ ਹੋਰ ਵੀ ਤੁਸੀਂ ਦੇਖਦੇ ਆ ਜਿਹੜੇ ਆਪਣੇ ਕੋਈ ਆ ਰਿਹਾ ਪੰਜਾਬ ਨੂੰ, ਕੋਈ ਜਾ ਰਿਹਾ, ਤੇ ਕੋਈ ਐਕਸੀਡੈਂਟ ਹੋ ਰਹੇ ਆ, ਕੋਈ ਬੱਸ ਵੱਜਦੀ ਆ, ਕੋਈ ਟਰੱਕ ਮਿੱਧ ਕੇ ਚਲਾ ਜਾਂਦਾ, ਤੇ ਕਾਫੀ ਮੌਤਾਂ ਹੋ ਗਈਆਂ। ਇਹ ਸਿਲਸਿਲਾ ਜਿਹੜਾ ਕੌਣ ਜ਼ਿੰਮੇਵਾਰ ਆ ਜੀ? ਇਹ ਸਰਕਾਰਾਂ ਜ਼ਿੰਮੇਵਾਰ ਆ। ਬਿਲਕੁਲ ਜੀ, ਸਰਕਾਰਾਂ ਜ਼ਿੰਮੇਵਾਰ ਆ। ਬੜੀ ਦੁਖਦਾਈ ਖਬਰ ਹੈ ਕਿ ਬਾਬਾ ਰਾਮ ਸਿੰਘ ਜਿਹੜੇ ਸੰਘੇੜਾਂ ਵਾਲੇ ਕਰਨਾਲ ਦੇ ਰਹਿਣ ਵਾਲੇ ਹੈਗੇ, ਉਹਨਾਂ ਨੇ ਉੱਥੇ ਧਰਨੇ ਤੇ ਜਾ ਕੇ ਜਦੋਂ ਧਰਨਾ ਮਾਰਿਆ, ਤੇ ਉੱਥੇ ਜਾ ਕੇ ਉਹਨਾਂ ਨੇ ਆਪਦੇ ਪੈਰੋਕਾਰਾਂ ਨੂੰ ਕਿਹਾ ਵੀ ਤੁਸੀਂ ਧਰਨੇ ਤੇ ਬੈਠੋ, ਮੈਂ ਕੁਝ ਆਰਾਮ ਕਰਨਾ ਚਾਹੁੰਦਾ, ਤੇ ਆਪਦੀ ਗੱਡੀ ਵਿੱਚ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਉਹਨਾਂ ਨੇ ਸੁਸਾਈਡ ਨੋਟ ਵੀ ਲਿਖਿਆ। ਔਰ ਮੈਂ ਸਮਝਦਾ ਕਿ ਇਹ ਉਸ ਧਾਰਮਿਕ ਵਿਅਕਤੀ ਦੀ, ਉਸ ਸ਼ਖਸੀਅਤ ਦੀ
ਸ਼ਹਾਦਤ ਹੈ, ਸ਼ਹਾਦਤ ਹੈ, ਕੁਰਬਾਨੀ ਬਿਲਕੁਲ, ਆ। ਬਿਲਕੁਲ ਜੀ। ਇਹਦੇ ਤੇ ਕੋਈ ਵਾਦ ਵਿਵਾਦ ਵੀ ਨਹੀਂ ਹੋਣਾ ਚਾਹੀਦਾ। ਹਾਂਜੀ, ਹਾਂਜੀ। ਔਰ ਜਿਹੜੀ ਇਸ ਕੁਰਬਾਨੀ ਨੂੰ ਅਜਾਈਂ ਵੀ ਨਹੀਂ ਅਜਾਈਂ ਜਾਣ ਨਹੀਂ ਦੇਣਾ ਜਾਣਾ ਚਾਹੀਦਾ। ਬਿਲਕੁਲ। ਔਰ ਜ਼ਰੂਰ ਹੈ ਕਿ ਉੱਥੇ ਕਿਸਾਨੀ ਸਟੇਜਾਂ ਤੋਂ ਉਹਨਾਂ ਨੂੰ ਸ਼ਰਧਾਂਜਲੀ ਦੀ ਭੇਟ ਕੀਤੀ ਜਾਵੇ। ਦੂਜੀਆਂ ਜਿਹੜੀਆਂ ਤੁਸੀਂ ਹੋਰ ਮੌਤਾਂ ਹੋਈਆਂ ਇਸ ਸੰਘਰਸ਼ ਦੌਰਾਨ, ਹਾਂਜੀ। ਪਿਛਲੇ ਕੁਝ ਦਿਨਾਂ ਦੇ ਵਿੱਚ 18 ਤੋਂ 20 20 ਮੌਤਾਂ ਦੇ ਜਿਹੜੇ ਕਰੀਬ ਹੋ ਗਏ। ਇਹ ਵੀ ਬੜੀ ਦੁਖਦਾਈ ਗੱਲ ਹੈ ਜੀ ਕਿ ਜੋ ਕੁਝ ਕਿਸਾਨ ਜਿਹੜੇ ਉੱਥੇ ਠੰਡ ਕਰਕੇ ਜਾਂ ਕਿਸੇ ਹੋਰ ਢਿੱਲ ਮੱਠ ਕਰਕੇ ਜਿਹੜੇ ਆ ਉਹ ਇਸ ਸੰਸਾਰ ਤੋਂ ਕੂਚ ਕਰ ਗਏ। ਔਰ ਇੱਕ ਬਹੁਤ ਹੀ ਦੁੱਖਦਾਇਕ ਖਬਰ ਹੋ ਰਹੀ, ਗੁਰਵਿੰਦਰ ਨਾਂ ਦਾ ਮੁੰਡਾ, ਇੱਕ 16 ਸਾਲਾਂ ਦਾ ਛਿਟਕਾ ਜਿਹਾ ਜਵਾਨ, ਉਹਦੀ ਸ਼ਕਲ ਵੇਖ ਕੇ ਬਹੁਤ ਮਤਲਬ ਮੈਨੂੰ ਮਨ ਜਿਹੜਾ ਵਲੂੰਧਰਿਆ ਗਿਆ, ਭਾਵੁਕਤਾ ਹੋਈ ਕਿ ਉਹ ਨੌਜਵਾਨ ਜਿਹੜਾ ਉਹ ਟਰਾਲੀ ਤੇ ਬੈਠਾ ਸੀਗਾ, ਪਰ ਉਹਨੂੰ ਝੋਕ ਲੱਗ ਗਈ, ਨੀਂਦ ਆ ਗਈ ਤੇ ਉਹ ਡਿੱਗ ਪਿਆ ਤੇ ਪਿੱਛੋਂ ਉਹਦੇ ਇੱਕ ਹੋਰ ਟਰੈਕਟਰ ਦੇ ਹੇਠ ਆ ਕੇ ਉਹ ਜਾਨ ਗਵਾ ਬੈਠਾ। ਇਹ ਸਾਰੇ ਕੁਛ ਲਈ ਜ਼ਿੰਮੇਵਾਰ ਕੌਣ? ਤੁਸੀਂ ਸਵਾਲ ਕੀਤਾ। ਸਾਰੇ ਕੁਛ ਲਈ ਜ਼ਿੰਮੇਵਾਰ ਸਰਕਾਰ ਹੈ। ਭਾਵੇਂ ਉਹ ਪੰਜਾਬ ਸਰਕਾਰ ਹੈ, ਭਾਵੇਂ ਉਹ ਹਰਿਆਣਾ ਸਰਕਾਰ ਹੈ, ਭਾਵੇਂ ਉਹ ਕੇਂਦਰ ਸਰਕਾਰ ਹੈ। ਇਹ ਸਰਕਾਰਾਂ ਹੀ ਜ਼ਿੰਮੇਵਾਰ ਹੈ। ਸਰਕਾਰਾਂ ਨੇ ਮਜਬੂਰ ਕੀਤਾ ਉਹਨਾਂ ਨੂੰ ਟਰਾਲੀਆਂ ਤੇ ਆਉਣ ਦਾ। ਨਹੀਂ ਤੇ ਉਹਨਾਂ ਦਾ ਜੀ ਨਹੀਂ ਸੀ ਕਰਦਾ, ਕਾਰਾਂ ਚ ਆਉਂਦੇ, ਉਹਨਾਂ ਦਾ ਜੀ ਨਹੀਂ ਸੀ ਕਰਦਾ ਬੱਸ 'ਚ ਬੈਠ ਕੇ ਆਉਂਦੇ। ਬਿਲਕੁਲ ਜੀ। ਉਹ ਆਪਦੇ ਜਿਹੜੇ ਘਰ ਉਹਨਾਂ ਦੇ ਖੜੇ ਟਰੈਕਟਰ ਟਰਾਲੀਆਂ ਉਹ ਉਹਨਾਂ ਤੇ ਚੜ ਕੇ ਆਏ ਆ। ਬਿਲਕੁਲ। ਜੱਟ ਦੇ ਪੁੱਤ ਹੈ, ਜ਼ਿਮੀਂਦਾਰ ਦੇ ਪੁੱਤ ਹੈ ਜਾਂ ਕਿਸਾਨ ਦੇ ਪੁੱਤਰ ਹੈ, ਉਹਨਾਂ ਨੂੰ ਪਤਾ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਕਿਸ ਕੰਮ ਆਉਂਦੀਆਂ। ਠੀਕ ਹੈ ਜੀ। ਉਹ ਅੱਜ ਟਰੈਕਟਰ ਟਰਾਲੀ ਤੇ ਬੈਠ ਕੇ ਉਹ ਨੌਜਵਾਨ ਦਿੱਲੀ ਵੱਲ ਨੂੰ ਆ ਰਿਹਾ ਸੀਗਾ। ਉਹਦੀ ਸ਼ਹਾਦਤ ਵੀ ਜਿਹੜੀ ਉਹ ਅਜਾਈਂ ਨਹੀਂ ਜਾਣੀ ਚਾਹੀਦੀ। ਬਿਲਕੁਲ ਜੀ, ਨਹੀਂ ਜਾਣੀ ਚਾਹੀਦੀ। ਬਿਲਕੁਲ। ਆਪਾਂ ਦੇਖਦੇ ਹਾਂ ਜੀ ਉੱਥੇ ਬਜ਼ੁਰਗ, ਮਾਤਾਵਾਂ, ਸਾਡੀਆਂ ਭੈਣਾਂ, ਛੋਟੇ ਬੱਚੇ। ਕੱਲ ਦਾ ਤਾਪਮਾਨ ਉੱਥੇ 6 ਡਿਗਰੀ ਸੀਗਾ ਜੀ, ਕਿਉਂਕਿ ਪੰਜਾਬ ਦਾ ਤਾਪਮਾਨ 6 ਡਿਗਰੀ ਬਹੁਤ ਠੰਡਾ ਹੁੰਦਾ ਹੈ। ਉੱਥੇ ਸਾਡੇ ਵਾਂਗੂ ਹੀਟ ਨਹੀਂ ਨਾ ਚੱਲਦੀ। ਹਾਂਜੀ ਬਿਲਕੁਲ। ਸਾਡੇ ਤੇ ਪ੍ਰਬੰਧ ਬੜੇ, ਉੱਥੇ ਕੋਈ ਪ੍ਰਬੰਧ ਨਹੀਂ। ਉੱਥੇ ਕੋਈ ਪ੍ਰਬੰਧ ਨਹੀਂ ਹੈਗਾ। ਤੇ ਉੱਥੇ ਦੇਖਿਆ ਜਾਵੇ ਤੇ ਆਪਾਂ ਘਰਾਂ 'ਚ ਦੇਖਦੇ ਹਾਂ ਜੀ, ਕੰਧਾਂ ਵੀ ਠੰਡੀਆਂ, ਬਿਸਤਰੇ ਵੀ ਠੰਡੇ, ਜੇ ਉਹ ਥੱਲੇ ਪਏ ਆ ਤੇ ਥੱਲਿਓਂ ਫਰਸ਼ ਵੀ ਠੰਡੀ। ਅੱਜ ਦੀ ਡੇਟ ਦੇ ਵਿੱਚ ਜਿਹੜੇ ਉੱਥੇ ਰਾਤਾਂ ਗੁਜ਼ਾਰ ਰਹੇ ਆ ਬਜ਼ੁਰਗ, ਤੇ 60 ਸਾਲ ਤੋਂ ਪਲੱਸ ਵਾਲਿਆਂ ਨੂੰ ਤਾਂ ਬਹੁਤ ਔਖਾ ਜੀ। ਕਿਉਂਕਿ ਆਪਣੇ ਬਜ਼ੁਰਗ ਆ, ਆਪਾਂ ਘਰਾਂ ਦੇ ਵਿੱਚ ਵੀ ਇੱਥੋਂ ਫੋਨ ਕਰਦੇ ਆ ਸਾਰਿਆਂ ਨੂੰ ਬਈ ਤੁਸੀਂ ਬਚਾ ਰੱਖੋ ਜੀ, ਠੰਡ 'ਚ ਬਾਹਰ ਨਹੀਂ ਨਿਕਲਣਾ, ਅੰਦਰ ਰਜਾਈਆਂ ਲੈ ਕੇ। ਉਹਦਾ ਬਾਹਰ ਨੰਗੀ ਛੱਤ ਤੇ ਪਏ ਆ ਜੀ। ਬਿਲਕੁਲ ਜੀ। 6 ਡਿਗਰੀ ਤਾਪਮਾਨ ਬਹੁਤ ਔਖਾ ਜੀ। ਹਾਂਜੀ ਬਹੁਤ ਔਖਾ। ਔਰ 2 ਦਿਨ ਪਹਿਲਾਂ ਉੱਥੇ ਜਿਹੜੀ ਬਾਰਿਸ਼ ਹੋ ਗਈ ਰਾਤ ਨੂੰ, ਉਹਨੇ ਠੰਡ ਹੋਰ ਵਧਾ ਦਿੱਤੀ। ਠੀਕ ਹੈ ਜੀ। ਇੱਕ ਤਾਂ ਚਲੋ ਉਹ ਕਿਸਾਨ ਸੀ, ਕੋਈ ਟਰਾਲੀ ਦੇ ਹੇਠਾਂ ਪੈ ਜਾਂਦੇ ਸੀ, ਕੋਈ ਹੋਰ ਤਰੀਕੇ ਨਾਲ ਸੀ ਆਪਦਾ ਰਾਤ ਦਾ ਕੱਟਦਾ ਸੀਗਾ। ਪਰ ਹੁਣ ਉਹ ਜਿਹੜਾ ਠੰਡ ਹੋਣ ਕਰਕੇ ਉਹਨਾਂ ਵਾਸਤੇ ਬਹੁਤ ਵੱਡੀ ਮੁਸ਼ਕਲ ਆ ਗਈ। ਬਹੁਤ ਵੱਡੀ ਮੁਸ਼ਕਲ ਹੈ। ਇਹ ਜਿਹੜੀ ਸ਼ਹਾਦਤ ਤਾਂ ਉਹਨਾਂ ਦੀਆਂ ਹੈ ਹੀ ਹੈ, ਪਰ ਇਹਨਾਂ ਦੀਆਂ ਕੁਰਬਾਨੀਆਂ ਵੀ ਇਹ ਬਹੁਤ ਵੱਡੀਆਂ ਜਿਹੜੀਆਂ ਉੱਥੇ ਬੈਠੇ। ਹਾਂਜੀ, ਮੈਂ ਤੁਹਾਨੂੰ ਇਹਦੇ ਬਾਰੇ ਹੋਰ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿ ਸਾਰੀਆਂ ਕਿਸਾਨ ਯੂਨੀਅਨ ਨੇ, ਖਾਸ ਕਰਕੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਉਹਨੇ ਇੱਕ ਫੈਸਲਾ ਕੀਤਾ ਕਿ ਜਿੰਨੇ ਵੀ ਸ਼ਹਾਦਤ ਦੇ ਚੁੱਕੇ ਆ ਉਹਨਾਂ ਨੂੰ ਵੀ ਸ਼ਹੀਦ ਕਿਹਾ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਰਜ਼ੇ ਤੋਂ ਔਖੇ ਹੋ ਕੇ, ਤੰਗੀ ਕਰਕੇ ਸੁਸਾਈਡ ਕੀਤੇ ਸੀ, ਜਿਹੜੇ ਟਾਲੀਆਂ ਨਾਲ ਲਟਕ ਗਏ ਸੀ, ਜਿਨ੍ਹਾਂ ਨੇ ਪੱਖਿਆਂ ਨਾਲ ਫਾਹੇ ਲੈ ਲਏ ਸੀ। ਉਹਨਾਂ ਨੇ ਕਿਹਾ ਇਹ ਸਾਰੇ ਸਾਡੇ ਇਸ ਕਿਸਾਨ ਅੰਦੋਲਨ ਦੇ ਸ਼ਹੀਦ ਆ। ਉਹਨਾਂ ਨੇ ਇੱਕ ਸ਼ਹਾਦਤ ਡੇ ਮਨਾਉਣ ਦਾ ਫੈਸਲਾ ਕਰ ਲਿਆ ਜੀ। ਠੀਕ ਹੈ ਜੀ। ਉਹ 18 ਤਰੀਕ ਹੈ ਜੀ। 18 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਗੁਰਾਹਾਂ ਜਿਹੜੀ ਆ ਉਹਨੇ ਆਗੂ ਰੋਲ ਅਦਾ ਕੀਤਾ ਇਹਦੇ ਮਾਮਲੇ 'ਚ। ਬਾਕੀ ਵੀ ਕਰਨਗੇ ਸਾਰੇ। ਉੱਥੇ ਸ਼ਰਧਾਂਜਲੀ ਉਹਨੂੰ ਦਿੱਤੀ ਜਾਊਗੀ, ਉਹਨਾਂ ਸਾਰਿਆਂ ਨੂੰ ਯਾਦ ਕੀਤਾ ਜਾਊਗਾ। ਜੀ। ਬੜੀ ਬੇਬਾਕੀ ਨਾਲ ਤੁਸੀਂ ਜਵਾਬ ਦੇ ਰਹੇ ਹੋ ਜੀ। ਇੱਕ ਕੁਐਸਚਨ ਆ ਮੇਰਾ ਕਿ ਅਫਵਾਹਾਂ ਦਾ ਦੌਰ ਵੀ ਬੜਾ ਜ਼ੋਰਾਂ ਤੇ ਆ ਜੀ। ਉੱਥੇ ਕੋਈ ਕਹਿ ਰਿਹਾ ਕਿ ਇੱਥੇ ਕਤਲੇਆਮ ਹੋ ਜਾਊਗਾ, ਕੋਈ ਕਹਿ ਰਿਹਾ ਕਿ ਰਾਤ ਨੂੰ 2 ਵਜੇ ਇੱਥੇ ਲਾਠੀ ਚਾਰਜ ਹੋ ਜਾਊਗਾ, ਕੋਈ ਕਹਿੰਦੇ ਜੀ 250 ਗੱਡੀ ਜਿਹੜੀ ਇਧਰੋਂ ਪੰਜਾਬ ਵੱਲੋਂ ਆ ਰਹੀ ਆ, ਕੋਈ ਕਹਿੰਦਾ ਹਰਿਆਣਾ ਵੱਲੋਂ ਆ ਰਹੀ ਆ ਪੁਲਿਸ ਦੀ। ਕੀ ਕਹਿਣਾ ਚਾਹੁੰਦੇ ਜੀ? ਇਹ ਅਫਵਾਹਾਂ ਹੀ ਆ? ਇਹ ਸਾਰਾ ਕੁਝ ਅਫਵਾਹਾਂ ਹੀ ਆ ਜੀ। ਠੀਕ ਹੈ ਜੀ। ਇਹ ਅਸਲ ਵਿੱਚ ਸਰਕਾਰ ਦਾ ਡਰ ਬੋਲਦਾ। ਸਰਕਾਰ ਇਸ ਵੇਲੇ ਅੰਦਰੋਂ ਪੂਰੀ ਤਰ੍ਹਾਂ ਹਿੱਲੀ ਹੋਈ ਆ। ਐਡਾ ਵੱਡਾ ਕਿਸਾਨੀ ਅੰਦੋਲਨ ਪਿਛਲੇ 100 ਸਾਲ ਵਿੱਚ ਨਹੀਂ ਹੋਇਆ। 100 ਸਾਲ ਪਹਿਲਾਂ ਹੋਇਆ ਸੀ ਜਦੋਂ ਪਗੜੀ ਸੰਭਾਲ ਜੱਟਾ ਅੰਦੋਲਨ ਚੱਲਿਆ ਸੀਗਾ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਨੇ ਚਲਾਇਆ ਸੀ। ਔਰ ਉਸ ਤੋਂ ਬਾਅਦ ਇਹ 100 ਸਾਲਾਂ ਬਾਅਦ ਨਵਾਂ ਅੰਦੋਲਨ ਜਿਹੜਾ ਸ਼ੁਰੂ ਹੋਇਆ, ਇਹਦੇ ਜਿੰਨੀ ਸਿਦਕ ਦਿਲੀ ਨਾਲ, ਜਿੰਨੇ ਸਿਰ ਨਾਲ, ਜਿੰਨੇ ਜੋਸ਼ ਨਾਲ, ਔਰ ਸਭ ਤੋਂ ਵੱਧ ਜਿੰਨੇ ਹੋਸ਼ ਨਾਲ ਇਹ ਸੰਘਰਸ਼ ਚੱਲਿਆ ਹੈਗਾ, ਇਹ ਤੋਂ ਸਰਕਾਰ ਗਈ ਹਿੱਲ। ਭਾਵੇਂ ਉਹ ਪੰਜਾਬ ਸਰਕਾਰ ਸੀ ਤੇ ਭਾਵੇਂ ਉਹ ਸੈਂਟਰ ਸਰਕਾਰ ਸੀ, ਇਹ ਸਾਰੇ ਹਿੱਲੇ ਹੋਏ। ਇਸ ਵੇਲੇ ਉਹਨਾਂ ਦੇ ਜਿਹੜੇ ਸੈੱਲ ਹੈਗੇ ਆ ਜਾਂ ਉਹਨਾਂ ਦੇ ਜਿਹੜੇ ਕਾਰਕੁਨ ਹੈਗੇ ਆ ਸਰਕਾਰਾਂ ਦੇ,
ਉਹ ਇਸ ਤਰੀਕੇ ਦੇ ਹਾਂ ਫਲਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਅੰਦੋਲਨ ਨੂੰ ਕ੍ਰਸ਼ ਕਰਤਾ ਜਾਊਗਾ ਜੀ, ਇਹ ਫੌਜ ਸੱਦ ਲਈ ਆ, ਇਹ CRP ਲਾਤੀ, BSF ਲਾਤੀ, ਲਾਉਂਦੀਆਂ ਹੁੰਦੀਆਂ ਸਰਕਾਰਾਂ ਇਦਾਂ ਦੇ ਕੰਮ ਕਰਦੀਆਂ ਹੁੰਦੀਆਂ। ਪਰ ਇਸ ਅੰਦੋਲਨ ਨੂੰ ਕ੍ਰਸ਼ ਕਰਨਾ ਜਿਹੜਾ ਹੁਣ ਕੋਈ ਸੌਖੀ ਗੱਲ ਨਹੀਂ ਰਹੀ, ਆਸਾਨ ਨਹੀਂ ਹੈ। ਕਿਉਂ ਨਹੀਂ ਆਸਾਨ? ਇਹ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਨਹੀਂ, ਜਿੱਦਾਂ ਕਈ ਵਾਰੀ ਸਰਕਾਰ ਦੇ ਧੂਤੂ ਮੰਤਰੀ ਜਿਹੜੇ ਆ ਉਹ ਬੋਲਦੇ ਆ। ਇਹ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ ਗਿਆ। ਇਹਦੇ ਵਿੱਚ ਹਰਿਆਣਾ ਸਭ ਤੋਂ ਪਹਿਲਾਂ ਜੁੜਿਆ। ਉਸ ਤੋਂ ਬਾਅਦ ਪੰਜਾਬ, ਹਿੰਦੁਸਤਾਨ ਦਾ ਕਿਹੜਾ ਸੂਬਾ ਜਿਹੜਾ ਵਿੱਚ ਸ਼ਾਮਲ ਨਹੀਂ ਹੋਇਆ? ਜਾਂ ਇਸ ਅੰਦੋਲਨ ਵਿੱਚ ਕਿਹੜੀ ਧਿਰ ਜਿਹੜੀ ਸ਼ਾਮਲ ਨਹੀਂ ਹੋਈ? ਉਹ ਖੇਤ ਮਜ਼ਦੂਰ ਵੀ ਆ, ਕਿਸਾਨ ਵੀ ਆ, ਉਹ ਛੋਟੇ ਦੁਕਾਨਦਾਰ ਵੀ ਆ, ਛੋਟੇ ਵਪਾਰੀ ਵੀ ਆ, ਛੋਟੇ ਕਾਰਖਾਨੇ ਵਾਲੇ ਵੀ ਆ, ਮੁਲਾਜ਼ਮ ਵੀ ਆ, ਵਕੀਲ ਵੀ ਆ, ਪ੍ਰੋਫੈਸਰ ਵੀ ਆ, ਟੀਚਰ ਵੀ ਆ, ਬਿਜਲੀ ਵਾਲੇ ਵੀ ਆ, ਟਰਾਂਸਪੋਰਟ ਵਾਲੇ ਵੀ। ਕਿਹੜਾ ਮਹਿਕਮਾ ਰਹਿ ਗਿਆ? ਬਾਕੀ ਕੋਈ ਨਹੀਂ ਰਹਿ ਗਿਆ। ਸਟੂਡੈਂਟ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਸਟੂਡੈਂਟ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਟੂਡੈਂਟ, ਜਿਹੜਾ ਜਾਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਹੈਗੇ ਆ, ਉਹ ਉੱਥੇ ਲੱਕ ਬੰਨ ਕੇ ਗਏ ਹੋਏ ਆ। ਫੌਜ ਦੇ ਰਿਟਾਇਰ ਹੋਏ ਆ ਜਿਹੜੇ, ਉਹ ਆਪਦੇ ਮੈਡਲ ਲੈ ਕੇ ਬਿਲਕੁਲ ਆਪਦੇ ਮੈਡਲ, ਹਾਂ ਬਿਲਕੁਲ ਫੌਜ ਦੇ ਰਿਟਾਇਰਡ ਜਿਹੜੇ ਅਫਸਰ ਆ ਉਹ ਉੱਥੇ ਪਹੁੰਚੇ, ਉਹਨਾਂ ਨੇ ਆਪਦੇ ਮੈਡਲ ਵਾਪਸ ਕਰਨ ਦੀ ਗੱਲ ਕੀਤੀ। ਖਿਡਾਰੀਆਂ ਨੇ ਆਪਦੇ ਜਿਹੜੇ ਉਹਨਾਂ ਨੂੰ ਰਿਵਾਰਡਸ ਮਿਲੇ ਆ, ਉਹ ਕਹਿੰਦੇ ਸਾਡੇ ਤੋਂ ਲੈ ਲਓ। ਬਿਲਕੁਲ ਇਸ ਤਰੀਕੇ ਦੀਆਂ ਜਿਹੜੀਆਂ ਚੱਲਦੀ। ਇਸ ਕਰਕੇ ਇਹ ਅੰਦੋਲਨ ਬਹੁਤ ਮਜ਼ਬੂਤ ਸਥਿਤੀ ਵਿੱਚ ਇਸ ਵੇਲੇ ਹੈਗਾ। ਅਫਵਾਹਾਂ ਜਿਹੜੀਆਂ ਹੁੰਦੀਆਂ ਹੀ ਆ, ਸਾਨੂੰ ਉਹਨਾਂ ਅਫਵਾਹਾਂ ਤੇ ਬਹੁਤਾ ਯਕੀਨ ਨਹੀਂ ਕਰਨਾ ਚਾਹੀਦਾ। ਸੁਣ ਲਓ, ਕੋਈ ਗੱਲ ਨਹੀਂ, ਸੁਣ ਲਓ। ਬੰਦੇ ਜੀ ਕੱਲ ਇੱਕ ਏਜੰਸੀ ਦਾ ਬੰਦਾ ਉਹਨਾਂ ਨੇ ਫੜਿਆ, ਉਹ ਸ਼ਰਿਆਂ ਵੀ ਕਹਿ ਰਿਹਾ ਜੀ ਮੇਰੀ ਤਾਂ ਡਿਊਟੀ ਲੱਗੀ ਆ ਇੱਥੇ, ਮੈਂ ਵੀਡੀਓ ਬਣਾਈ ਜਾਂਦਾ ਸੀ। ਉਹ ਕਹਿੰਦਾ ਜੀ ਮੇਰੀ ਡਿਊਟੀ ਲੱਗੀ ਆ, ਮੈਂ ਭਾਰਤ ਸਰਕਾਰ ਦਾ ਬੰਦਾ ਤੇ ਮੈਂ ਤਾਂ ਤੁਹਾਡੀ ਫੋਟੋਆਂ ਖਿੱਚ ਕੇ ਵੀਡੀਓ ਬਣਾ ਕੇ ਮੈਂ ਆਪਦੇ ਉੱਪਰਲੇ ਬੰਦਿਆਂ ਨੂੰ ਭੇਜ ਦੇਣੀ ਆ। ਇਹ ਗੱਲ ਪੱਕੀ ਹੈ ਜੀ। ਸਰਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਹਾਇਰ ਕੀਤਾ, ਏਜੰਸੀਆਂ ਵੀ ਸਰਗਰਮ ਕਰਤੀਆਂ ਉਹਨਾਂ ਨੇ, ਏਜੰਸੀਆਂ ਸਰਗਰਮ ਕਰਤੀਆਂ ਉਹਨਾਂ ਨੇ, ਔਰ ਉਹ ਕੰਮ ਕਰ ਰਹੀਆਂ, ਉਹ ਆਪਦਾ ਕੰਮ ਕਰ ਰਹੀਆਂ ਹੈਗੀਆਂ। ਔਰ ਉਹ ਬਕਾਇਦਾ ਵਾਕਿਆ ਤੁਹਾਡੀ ਗੱਲ ਠੀਕ ਆ, ਉਹ ਫਿਲਮਾਂ ਮੂਵੀਆਂ ਬਣਾ ਰਹੇ ਹੈਗੇ ਆ, ਉਹ ਫੋਟੋ ਖਿੱਚ ਰਹੇ ਹੈਗੇ ਆ, ਉਹ ਪਲ ਪਲ ਦੀ ਇਨਫੋਰਮੇਸ਼ਨ ਜਿਹੜੀ ਆ ਆਪਦੇ ਹੈੱਡਕੁਆਟਰ ਭੇਜਦੇ ਪਏ ਆ, ਭੇਜਦੇ ਹੁੰਦੇ ਆ ਜੀ। ਪਿੰਡਾਂ ਵਿੱਚ ਤੁਸੀਂ ਸੁਣਿਆ ਹੋਊਗਾ ਪੁਰਾਣੇ CID ਇੰਸਪੈਕਟਰ ਤੋਂ ਬਹੁਤ ਡਰ ਲੱਗਦਾ ਸੀ। ਉਹਦਾ ਕੰਮ ਸਿਰਫ ਇੰਨਾ ਹੁੰਦਾ ਸੀਗਾ ਵੀ ਦੇਖਣਾ ਵੀ ਚਟਕੱਪੜੀਆ ਕਿਹੜਾ ਵਾ, ਜਾਂ ਚਟਕੱਪੜੀਏ ਦੀ ਮੁਖਾਲਫਤ ਕਰਨ ਵਾਲਾ ਕਿਹੜਾ, ਉਹਦੀ ਰਿਪੋਰਟ ਸਰਕਾਰ ਨੂੰ ਭੇਜਣੀ। ਠੀਕ ਹੈ ਜੀ। ਸਾਡੀਆਂ ਵੀ ਰਿਪੋਰਟਾਂ ਭੇਜਦੇ ਹੁੰਦੇ ਸੀਗੇ, ਕਿਉਂਕਿ ਅਸੀਂ ਖੁੱਲ੍ਹ ਕੇ ਬੋਲ ਦਿੰਦੇ ਸੀਗੇ, ਤੇ ਸਾਡੀਆਂ ਰਿਪੋਰਟਾਂ ਵੀ CID ਜਿਹੜੇ ਉਹਨੇ ਭੇਜਣੀਆਂ, ਉਹ ਫਲਾਣਾ ਮੁੰਡਾ ਜੀ ਫਲਾਣਿਆਂ ਦਾ ਉਹ ਬਹੁਤ ਬੋਲਦਾ ਜੀ। ਸਰਕਾਰੀ ਜਿਹੜਾ ਤੰਤਰ ਹੈ, ਭਾਵੇਂ ਜਿੰਨਾ ਮਰਜ਼ੀ ਉਹ ਸਾਹਮਣੇ ਆ ਰਿਹਾ, ਪਰ ਉਹਦੇ ਬਾਵਜੂਦ ਵੀ ਸਾਡੇ ਦਾਨੀ ਸੱਜਣ, ਜਾਂ ਤੁਸੀਂ ਕਹਿ ਲਓ ਕੋਈ ਹੀਰੋ ਆ, ਕੋਈ ਅਦਾਕਾਰ ਆ, ਕੋਈ ਕਲਾਕਾਰ ਆ, ਉਹ ਵੀ ਬਹੁਤ ਵੱਡੀ ਜਿਹੜੀ ਖੁੱਲ੍ਹ ਦਿਲੀ ਨਾਲ ਸਾਹਮਣੇ ਆਏ ਆ। ਤੁਸੀਂ ਦੇਖਦੇ ਹੋ ਕਿ ਅਬਰਾਓ ਜੀ, ਉਹਨਾਂ ਨੇ ਵੀ ਜਿਹੜਾ 10,000 ਆ ਉਹ ਪਰ ਮੰਥ ਪੈਨਸ਼ਨ ਦੇ ਹਿਸਾਬ ਦੇ ਨਾਲ ਉਹਨਾਂ ਨੇ ਪੱਕਾ ਫਿਕਸ ਹੀ ਕਰਤਾ ਜੀ। ਕਹਿੰਦੇ ਵੀ ਅਸੀਂ ਜਿਹੜੇ ਇੱਥੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ 10,000 ਰੁਪਇਆ ਪੱਕੀ ਪੈਨਸ਼ਨ। ਬਿਲਕੁਲ ਠੀਕ ਹੈ। ਤੁਸੀਂ SP ਸਿੰਘ ਅਬਰਾਓ ਸਿੰਘ ਦੀ ਗੱਲ ਕਰ ਰਹੇ ਜੀ। ਹਾਂਜੀ। ਤੇ ਇਸੇ ਤਰ੍ਹਾਂ ਹੋਰ ਬਹੁਤ ਹੈ, ਸੋਨੂ ਨਿਗਮ ਹੈ, ਸੋਨੂ ਸੂਦ ਹਾਂਜੀ, ਸੋਨੂ ਸੂਦ ਵੀ ਆ, ਉਹ ਵੀ 10 ਕਰੋੜ ਦੀ ਗੱਲ ਕਰ ਰਹੇ ਆ। ਦਲਜੀਤ ਦੋਸਾਂਝ ਦੀ ਗੱਲ ਕਰ ਲਈਏ, ਬੜੇ ਲੋਕਾਂ ਨੇ ਕੰਟਰੀਬਿਊਸ਼ਨ ਕੀਤੀ ਜੀ। ਸਾਰਿਆਂ ਦੀ ਕੰਟਰੀਬਿਊਸ਼ਨ ਜਿਹੜੀ ਆ, ਬੰਦੇ ਹੈਗੇ ਆ ਉਹ ਆਪਦੀ ਤਿਲ ਫੁੱਲ ਜਿਹੜੀ ਭੇਟਾ ਉਹ ਵਿੱਚ ਪਾ ਰਹੇ ਆ। ਨਹੀਂ ਜੀ, ਤਿਲ ਫੁੱਲ ਨਹੀਂ, ਬਹੁਤ ਵੱਡਾ ਹਾਂਜੀ। ਇੱਕ ਬੜੀ ਭਾਵੁਕ ਕਰਨ ਵਾਲੀ ਇੱਕ ਵੀਡੀਓ ਆਪਾਂ ਕੱਲ ਦੇਖ ਰਹੇ ਸੀ ਕਿ ਇੱਕ ਬਜ਼ੁਰਗ, ਉਹ 60 ਤੋਂ 65 70 ਸਾਲ ਦਾ ਬਜ਼ੁਰਗ ਸੀਗਾ, ਉਹਦੇ ਲਿਫਾਫੇ ਦੇ ਵਿੱਚ ਪਾਈਆ ਤੁਸੀਂ ਕਹਿ ਸਕਦੇ ਆ ਅੱਧਾ ਕਿਲੋ ਹੋਊ ਮੂੰਗਫਲੀ ਪਾਈ, ਤੇ ਉਹ 2-2 ਪੀਸ ਆ ਉਹ ਲੋਕਾਂ ਨੂੰ ਦੇ ਰਿਹਾ ਸੀ। ਤੇ ਉਹ ਕਹਿ ਰਿਹਾ ਸੀ ਕਿ ਮੇਰੀ ਜਿਹੜੀ ਇੰਨੀ ਕੁ ਕਬੂਲ ਕਰੋ ਜੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜਾ ਜਮਾਂ ਹੀ ਬੰਦਾ ਜ਼ੀਰੋ ਆ, ਜਿਹੜਾ ਬੰਦਾ ਰੋਟੀ ਮਸਾਂ ਪੱਕਦੀ ਆ ਘਰੇ, ਉਹ ਵੀ ਕਹਿੰਦਾ ਮੈਂ ਰੋਟੀ ਅੱਧੀ ਖਾ ਲੂੰਗਾ, ਪਰ ਅੱਧੀ ਚੋਂ ਅੱਧੀ ਤੂੰ ਲੈ ਲਾ। ਇਹ ਇੱਕ ਬਹੁਤ ਵੱਡੀ ਪ੍ਰਾਪਤੀ, ਇਸੇ ਸੰਘਰਸ਼ ਦੀ ਪ੍ਰਾਪਤੀ ਹੈ। ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਅਜਿਹੀਆਂ ਘਟਨਾਵਾਂ ਜਿਹੜੀਆਂ ਆਪਾਂ ਨੂੰ ਭਾਵੁਕ ਕਰਨ ਵਾਲੀਆਂ, ਨਿਤ ਨਵੇਂ ਜਿਹੜੇ ਉਹ ਇਤਿਹਾਸ ਬਣ ਰਹੇ ਆ ਉੱਥੇ, ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਪ੍ਰਾਪਤੀ ਹੈ ਜੀ। ਇਹਨਾਂ ਪ੍ਰਾਪਤੀਆਂ ਨੂੰ ਨੁਗਣਿਆ ਨਹੀਂ ਕਰਕੇ ਮੰਨਣਾ ਚਾਹੀਦਾ, ਸਮਝਣਾ ਚਾਹੀਦਾ। ਬਹੁਤ ਵੱਡੇ ਸਾਰਥਕ ਨਤੀਜੇ ਨਿਕਲਣੇ ਆ, ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਲੋਕਾਂ ਨੇ ਕੰਟਰੀਬਿਊਟ ਕੀਤਾ। ਤੁਸੀਂ ਉਹ 2-2 ਦਾਣੇ ਮੂੰਗਫਲੀ ਦੀ ਗੱਲ ਕਰਦੇ ਸੀਗੇ, ਇਹ ਇਹਨਾਂ ਦਾ ਬਹੁਤ ਵੱਡਾ ਮੁੱਲ ਹੈ। ਬਿਲਕੁਲ ਜੀ, ਬਹੁਤ ਵੱਡਾ ਮੁੱਲ। ਕੋਈ ਤੁਸੀਂ ਦੇਖੋ ਜੀ 10 ਸਾਬਣ ਦੀਆਂ ਟਿੱਕੀਆਂ ਲਈ ਬੈਠਾ, ਉਹ ਕਹਿੰਦੇ ਤੁਸੀਂ ਸਾਡੇ ਤੋਂ ਟਿੱਕੀਆਂ ਸਾਬਣ ਹੀ ਲੈ ਜਾਓ, ਅਸੀਂ ਇੰਨੇ ਜੋਗੇ ਤੁਸੀਂ ਸਾਡਾ ਵਿੱਚ ਹਿੱਸਾ ਪਾ ਲਓ। ਉਹ ਵੇਚਦੇ ਨਹੀਂ, ਉਹ ਦਿੰਦੇ ਹੀ ਆ, ਦਾਨ ਹੀ ਕਰਦੇ ਆ, ਹਨਾ। ਤੇ ਮੇਰਾ ਲਾਸਟ ਤੁਹਾਨੂੰ ਕੁਐਸਚਨ ਆ ਜੀ ਕਿ ਐਡਾ ਵੱਡਾ ਅੰਦੋਲਨ ਚੱਲ ਰਿਹਾ,
ਕਿ ਇਹਦੇ ਵਿੱਚੋਂ ਕੋਈ ਤੁਹਾਨੂੰ ਲੱਗ ਰਿਹਾ, ਆਪਾਂ ਸੋਚ ਸਕਦੇ ਹਾਂ ਵੀ ਕੋਈ ਨਵੀਂ ਪਾਰਟੀ ਉੱਭਰ ਕੇ ਸਾਹਮਣੇ ਆਊ? ਕਿਉਂਕਿ ਪਿਛਲੇ ਜਿਹੜੇ ਅੰਦੋਲਨ ਹੋਏ ਸੀ, ਜਿਵੇਂ ਅੰਨਾ ਹਜ਼ਾਰੇ ਦਾ ਅੰਦੋਲਨ ਸੀ, ਉਹਦੇ ਉੱਤੇ ਇੱਕ ਬਹੁਤ ਵੱਡੀ ਪਾਰਟੀ ਸਾਹਮਣੇ ਆ ਗਈ, ਜਿਹੜੇ ਉੱਤੇ ਸਟੇਜ ਤੇ ਬੈਠੇ ਆਪਾਂ ਬੰਦੇ ਦੇਖਦੇ ਹੁੰਦੇ ਸੀ, ਅੱਜ ਉਹ ਮੁੱਖ ਮੰਤਰੀ ਬਣੇ ਬੈਠੇ ਆ। ਕੀ ਤੁਹਾਨੂੰ ਲੱਗਦਾ ਵੀ ਜਿਹੜੇ ਬੰਦੇ ਅੱਜ ਕੱਲ ਸਰਗਰਮ ਆ, ਕਿਸੇ ਦਾ ਨਾਮ ਲੈਣਾ ਵਾਜਬ ਨਹੀਂ ਹੋਊਗਾ, ਬਹੁਤ ਸਾਰੇ ਬੰਦੇ ਆ ਇਸ ਅੰਦੋਲਨ 'ਚ ਫਰੰਟ ਲਾਈਨ ਤੇ ਕੰਮ ਕਰ ਰਹੇ ਆ, ਤੁਹਾਨੂੰ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਵੀ ਉਹ ਪਾਰਟੀ ਆਪਦੀ? ਦੇਖੋ, ਇਹ ਅੰਦੋਲਨ ਜਿਹੜਾ ਹੈ ਜੀ, ਇਹ ਕਿਸਾਨਾਂ ਦਾ ਅੰਦੋਲਨ ਹੈ ਜੀ। ਕਿਸਾਨ ਆਗੂ ਹੈ, ਮਤਲਬ ਲੀਡ ਕਿਸਾਨ ਕਰ ਰਿਹਾ, ਸ਼ਾਮਲ ਸਾਰੇ ਜੀ। ਇਹਨਾਂ ਦਾ ਰਾਜਨੀਤਿਕ ਮੋਟਿਵ ਨਹੀਂ ਹੈ ਜੀ, ਇਹਨਾਂ ਦਾ ਮੋਟਿਵ ਹੈ ਕਿ ਜਿਹੜੇ ਕਿਸਾਨੀ ਵਿਰੋਧੀ ਜਿਹੜੇ ਕਾਨੂੰਨ ਬਣਾਏ ਗਏ ਆ, ਜਾਂ ਜਿਹੜੇ ਅਜੇ ਬਣਾਉਣ ਬਾਰੇ ਸਰਕਾਰ ਸੋਚ ਰਹੀ ਆ, ਦੱਬੀ ਜ਼ਬਾਨ ਨਾਲ ਕਹਿ ਰਹੀ ਆ ਕਿ ਅਸੀਂ ਇਹ ਕਰਾਂਗੇ, ਅਸੀਂ ਇਹ ਕਰਾਂਗੇ, ਜਿੱਦਾਂ ਪਰਾਲੀ ਵਾਲਾ ਆਰਡੀਨੈਂਸ ਜਾਰੀ ਕਰਤਾ, ਠੀਕ ਹੈ, ਬਿਜਲੀ ਵਾਲਾ ਅਜੇ ਸੋਚਦੇ ਪਏ ਸੀ ਕਰ ਦੇਣਾ ਆਉਣ ਵਾਲੇ ਕੁਝ ਦਿਨਾਂ ਵਿੱਚ, ਜਾਂ ਹੋਰ ਇਦਾਂ ਦੀਆਂ ਗੱਲਾਂ, ਇਹ ਉਹਨਾਂ ਨੂੰ ਖਤਮ ਕਰਨ ਲਈ, ਉਹਨਾਂ ਨੂੰ ਵਿਡਰਾਲ ਕਰਨ ਦੇ ਲਈ, ਉਹਨਾਂ ਨੂੰ ਵਾਪਸ ਲੈਣ ਦੇ ਲਈ ਗੱਲ ਕਰ ਰਹੇ। ਇਹਨਾਂ ਦਾ ਮਕਸਦ ਕਿਸਾਨਾਂ ਦਾ ਇਹ ਨਹੀਂ ਹੈ ਕਿ ਕੋਈ ਅਸੀਂ ਰਾਜਨੀਤਿਕ ਪਾਰਟੀ ਬਣਾਉਣੀ, ਕਾਰਨ ਇਹਦੇ ਪਿੱਛੇ ਇੱਕ ਤਾਂ ਮਕਸਦ ਇਹ ਨਹੀਂ, ਦੂਜਾ ਇਹ ਹੈ ਕਿ ਕਿਸਾਨਾਂ ਨੇ ਪਹਿਲੇ ਦਿਨ ਤੋਂ ਹੀ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਪੂਛ ਫੜਨ ਦੀ ਗੱਲ ਨਹੀਂ ਕੀਤੀ, ਉਹਨਾਂ ਨੂੰ ਆਪਣੀਆਂ ਸਟੇਜਾਂ ਤੇ ਬੋਲਣ ਨਹੀਂ ਦਿੱਤਾ, ਉਹਨਾਂ ਨੂੰ ਸਟੇਜਾਂ ਤੇ ਆਪਦੇ ਸੰਘਰਸ਼ ਨੂੰ ਵਰਤਣ ਦੀ ਨਹੀਂ ਦਿੱਤਾ, ਅਲਾਉ ਨਹੀਂ ਕੀਤਾ। ਮੈਂ ਮਾਫੀ ਚਾਹੁੰਦਾ ਜੀ, ਮੈਂ ਕਿਸਾਨਾਂ ਦੀ ਗੱਲ ਨਹੀਂ ਕਰ ਰਿਹਾ ਸੀ, ਮੈਂ ਹੋਰ ਬਹੁਤ ਵੱਡੇ ਚਿਹਰੇ ਹੈਗੇ ਆ ਜਿਹੜੇ ਇਸ ਅੰਦੋਲਨ ਦੇ ਵਿੱਚ ਕਿਸਾਨੀ ਦਾ ਹਿੱਸਾ ਨਹੀਂ, ਉਹ ਕਿਸਾਨਾਂ ਦੀਆਂ ਸਟੇਜਾਂ ਦਾ ਹਿੱਸਾ ਨਹੀਂ ਗਏ ਉਹ ਬੰਦੇ, ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਉਹ ਕੀ ਹੋ ਸਕਦਾ ਵੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਜਾਵੇ? ਜੇ ਕੋਈ ਕਿਸਾਨਾਂ ਦੇ ਜਿਹੜੇ ਪੱਖ ਨੂੰ ਛੱਡ ਕੇ, ਕਿਸਾਨਾਂ ਦੇ ਜਿਹੜੀਆਂ ਮੰਗਾਂ ਉਹਨਾਂ ਨੂੰ ਛੱਡ ਕੇ ਕੋਈ ਰਾਜਨੀਤਿਕ ਸਵਾਰਥਾਂ ਵਾਸਤੇ ਉੱਥੇ ਗਿਆ ਹੋਇਆ, ਤੇ ਲੋਕ ਉਹਦੇ ਨਾਲ ਕਿੰਨੇ ਕੁ ਜੁੜੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ, ਔਰ ਮੈਂ ਨਹੀਂ ਸਮਝਦਾ ਕਿ ਕੋਈ ਉੱਥੇ ਉਹਨਾਂ ਦੀ ਕੋਈ ਬਹੁਤ ਵੱਡੀ ਪ੍ਰਾਪਤੀ ਹੋਣੀ ਹੈ। ਪ੍ਰਾਪਤੀ ਕਿਹਨੂੰ ਹੋਣੀ ਹੈ? ਸਿਰਫ ਤੇ ਸਿਰਫ ਕਿਸਾਨਾਂ ਨੂੰ, ਸਿਰਫ ਤੇ ਸਿਰਫ ਆਮ ਲੋਕਾਂ ਨੂੰ। ਰਾਜਨੀਤਿਕ ਜਿਹੜੀ ਕੋਈ ਵੱਡੀ ਪ੍ਰਾਪਤੀ ਕਰਨ ਦੇ ਰੌਂ ਵਿੱਚ ਕੋਈ ਤੁਰੇ ਫਿਰਦੇ ਲੋਕ ਹੈਗੇ ਆ, ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਕੀਮਤੀ ਰੁਝੇਵੇਂ ਦੇ ਵਿੱਚੋਂ ਸਾਡੇ ਕੋਲ ਆਏ, ਸਾਨੂੰ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ। ਇਹ ਸਨ MP ਸਿੰਘ ਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਕਿਸਾਨੀ ਅੰਦੋਲਨ ਦੀਆਂ ਨਵੀਆਂ ਜਾਣਕਾਰੀਆਂ, ਨਵੀਆਂ ਖਬਰਾਂ ਤੁਹਾਡੇ ਤੱਕ ਸਾਂਝੇ ਕਰਦੇ ਰਵਾਂਗੇ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਵੌਇਸ ਆਫ ਇੰਡੀਆ। ਥੈਂਕ ਯੂ, ਧੰਨਵਾਦ।